वाहिगुरु जी का खालसा वाहिगुरु जी की फतेह। बेनती है कि इस वीडियो ਨੂੰ अंत तक जरूर ਵੇਖਣਾ ਤੇ ਧਿਆਨ ਨਾਲ ਸੁਣਨਾ। ਅੱਜ ਦੇ ਸਮੇਂ ਵਿੱਚ ਘਰਾਂ ਦੇ ਵਿੱਚ ਕਲੇਸ਼ ਦੀ ਸਮੱਸਿਆ ਬਹੁਤ ਵਧੀ ਪਈ ਹੈ। ਮੀਆਂ ਬੀਬੀ ਦੀ ਆਪਸ ਵਿੱਚ ਬਣਦੀ ਨਹੀਂ, ਰੋਜ਼ ਦਾ ਕਲੇਸ਼ ਹੈ, ਆਪਸ ਵਿੱਚ ਅਣਬਣ ਚੱਲਦੀ ਰਹਿੰਦੀ ਹੈ। ਇਸ ਕਲੇਸ਼ ਦੇ ਕਰਕੇ ਪਤਾ ਨਹੀਂ ਹੁਣ ਤੱਕ ਕਿੰਨੇ ਕੁ ਘਰ ਟੁੱਟ ਚੁੱਕੇ ਨੇ ਤੇ ਕਿੰਨੇ ਕੁ ਘਰ ਟੁੱਟਣ ਦੀ ਕਗਾਰ ਤੇ ਖੜੇ ਨੇ। ਕਲੇਸ਼ ਕਰਕੇ ਰਿਸ਼ਤਿਆਂ ਵਿੱਚ ਫਿੱਕ ਪੈ ਜਾਂਦੀ ਹੈ। ਕਲੇਸ਼ ਦਾ ਤਾਂ ਨਾਮ ਵੀ ਮਾੜਾ ਹੈ। ਅੱਜ ਮੈਂ ਤੁਹਾਨੂੰ ਇੱਕ ਗੱਲ ਸੁਣਾਉਣ ਜਾ ਰਿਹਾ ਹਾਂ। ਧਿਆਨ ਨਾਲ ਸੁਣਨਾ ਤੇ ਅੰਤ ਤੱਕ ਸੁਣਨਾ ਤੇ ਆਪਣੇ ਜੀਵਨ ਵਿੱਚ ਇਹਨਾਂ ਗੱਲਾਂ ਨੂੰ ਅਪਣਾ ਲੈਣਾ। ਕਲੇਸ਼ ਸਦਾ ਲਈ ਖਤਮ ਹੋ ਜਾਵੇਗਾ ਤੇ ਰਿਸ਼ਤੇ ਵਿੱਚ ਮਿਠਾਸ ਵੱਧ ਜਾਵੇਗੀ, ਜੀਵਨ ਖੁਸ਼ਹਾਲ ਹੋ ਜਾਵੇਗਾ। ਇੱਕ ਵਾਰ ਇੱਕ ਮਨੁੱਖ ਕਲੇਸ਼ ਤੋਂ ਬਹੁਤ ਪਰੇਸ਼ਾਨ ਸੀ। ਹਰ ਸਮੇਂ ਘਰ ਵਿੱਚ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਸੀ। ਤਾਂ ਇੱਕ ਦਿਨ ਉਹ ਕਬੀਰ ਜੀ ਪਾਸ ਚਲਾ ਗਿਆ ਤੇ ਕਹਿੰਦਾ ਕਿ ਤੁਹਾਡੇ ਘਰ ਸ਼ਾਂਤੀ ਬਹੁਤ ਹੈ, ਤੁਹਾਡੇ ਘਰ ਕਦੇ ਕੋਈ ਲੜਾਈ ਝਗੜਾ ਨਹੀਂ ਹੁੰਦਾ ਦੇਖਿਆ। ਮੇਰੇ ਘਰ ਵਿੱਚ ਬਹੁਤ ਕਲੇਸ਼ ਹੈ, ਮੈਨੂੰ ਵੀ ਕੁਝ ਦੱਸੋ ਕਿ ਮੇਰੇ ਘਰ ਵਿੱਚ ਸ਼ਾਂਤੀ ਆ ਜਾਵੇ। ਤੁਸੀਂ ਦੱਸੋ ਤੁਹਾਡੇ ਘਰ ਵਿੱਚ ਸ਼ਾਂਤੀ ਦਾ ਕੀ ਰਾਜ ਹੈ। ਤਾਂ ਕਬੀਰ ਜੀ ਉਸ ਮਨੁੱਖ ਨੂੰ ਕਹਿੰਦੇ ਨੇ ਕਿ ਤੂੰ ਸੁਣਨਾ ਚਾਹਵੇਂਗਾ ਕਿ ਦੇਖਣਾ ਚਾਹਵੇਂਗਾ ਕਿ ਸ਼ਾਂਤੀ ਰਹਿੰਦੀ ਕਿਵੇਂ ਹੈ। ਤਾਂ ਉਹ ਮਨੁੱਖ ਕਹਿੰਦਾ ਕਿ ਤੁਸੀਂ ਵਿਖਾ ਹੀ ਦੇਵੋ। ਤਾਂ ਕਬੀਰ ਜੀ ਆਵਾਜ਼ ਦਿੰਦੇ ਨੇ ਕਿ ਭਾਗਵਾਨੇ ਇੱਧਰ ਆ। ਤਾਂ ਉਹ 7 ਵਚਨ ਕਹਿ ਕੇ ਆ ਜਾਂਦੀ ਹੈ। ਤਾਂ ਕਬੀਰ ਜੀ ਉਹਨੂੰ ਕਹਿੰਦੇ ਨੇ ਕਿ ਆਪਣੇ ਘਿਓ ਪਿਆ ਹੈ। ਤਾਂ ਉਹ ਕਹਿੰਦੀ ਹੈ ਕਿ ਹਾਂਜੀ ਪਿਆ। ਤਾਂ ਕਬੀਰ ਜੀ ਕਹਿੰਦੇ ਕਿ ਇੱਥੇ ਲੈ ਆ। ਉਹ ਜਾਂਦੀ ਹੈ, ਘਿਓ ਚੱਕ ਕੇ ਲੈ ਆਉਂਦੀ ਹੈ। ਫਿਰ ਕਬੀਰ ਜੀ ਕਹਿੰਦੇ ਨੇ ਐਵੇਂ ਕਰ ਕਿ ਕਬਰਿਸਤਾਨ ਚੋਂ ਥੋੜੀ ਮਿੱਟੀ ਪੱਟ ਕੇ ਲਿਆ। ਇਹ ਸੁਣ ਕੇ ਉਹ ਮਨੁੱਖ ਹੈਰਾਨ ਹੋ ਜਾਂਦਾ ਕਿ ਇਹ ਕਬੀਰ ਜੀ ਕੀ ਕਹਿ ਰਹੇ ਨੇ, ਕਬਰਿਸਤਾਨ ਦੀ ਮਿੱਟੀ ਤੋਂ ਕੀ ਕਰਾਉਣਾ, ਚਲੋ ਦੇਖਦੇ ਹਾਂ। ਤਾਂ ਕਬੀਰ ਜੀ ਦੀ ਪਤਨੀ ਉਹਨਾਂ ਦੇ ਕਹਿਣ ਤੇ 7 ਬਚਨ ਕਹਿ ਕੇ ਕਬਰਿਸਤਾਨ ਚੋਂ ਮਿੱਟੀ ਪੱਟ ਲਿਆਉਂਦੀ। ਤੇ ਫਿਰ ਕਬੀਰ ਜੀ ਕਹਿੰਦੇ ਨੇ ਇਸ ਮਿੱਟੀ ਨੂੰ ਘਿਓ ਦੇ ਵਿੱਚ ਰਲਾ ਦੇ। ਤਾਂ ਉਹ ਮਨੁੱਖ ਵੇਖ ਕੇ ਹੋਰ ਵੀ ਹੈਰਾਨ ਹੋ ਗਿਆ। ਫਿਰ ਕਬੀਰ ਜੀ ਕਹਿੰਦੇ ਇਹਨੂੰ ਗੁੰਨ ਦੇ। ਤਾਂ ਪਤਨੀ ਨੇ ਉਹਨੂੰ ਗੁੰਨ ਦਿੱਤਾ। ਫਿਰ ਕਬੀਰ ਜੀ ਕਹਿੰਦੇ ਹੁਣ ਇਹਦੇ ਪੇੜੇ ਕਰ ਦੇ। ਫਿਰ ਉਹਨਾਂ ਦੀ ਪਤਨੀ ਨੇ ਉਹਦੇ ਪੇੜੇ ਵੀ ਕਰ ਦਿੱਤੇ। ਫਿਰ ਕਬੀਰ ਜੀ ਕਹਿੰਦੇ ਆਈ ਸਮਝ, ਘਰ ਵਿੱਚ ਸ਼ਾਂਤੀ ਕਿਵੇਂ ਆਉਂਦੀ ਹੈ। ਤਾਂ ਉਹ ਮਨੁੱਖ ਕਹਿੰਦਾ ਹਾਂਜੀ ਆ ਗਈ। ਇਹ ਕਹਿ ਕੇ ਉੱਠ ਭੱਜਾ ਤੇ ਆਪਣੇ ਘਰ ਜਾ ਕੇ ਉੱਚੀ ਆਵਾਜ਼ ਮਾਰੀ ਆਪਣੀ ਪਤਨੀ ਨੂੰ, ਭਾਗਵਾਨ ਨੇ ਇੱਧਰ ਆ। ਉਹ ਸਾਰੇ ਦਿਨ ਦੀ ਅੱਕੀ ਹੋਈ ਬੋਲੀ ਆਉਣੀ ਆ ਤੇ ਫਿਰ ਆ ਗਈ। ਕਹਿੰਦਾ ਘਿਓ ਪਿਆ ਏ ਤਾਂ ਇੱਥੇ ਲੈ ਆ। ਉਹਨੇ ਗੜਵੀ ਵਿੱਚ ਘਿਓ ਰੱਖਿਆ ਹੋਇਆ ਸੀ, ਉਹ ਚੱਕ ਕੇ ਲੈ ਆਈ। ਫਿਰ ਕਹਿੰਦਾ ਜਾ ਹੁਣ ਕਬਰਿਸਤਾਨ ਚੋਂ ਮਿੱਟੀ ਪੁੱਟ ਕੇ ਲੈ ਕੇ ਆ। ਇਹ ਸੁਣ ਕੇ ਉਹਦੀ ਪਤਨੀ ਹੈਰਾਨ ਰਹਿ ਗਈ ਕਿ ਹਨੇਰਾ ਹੋ ਗਿਆ ਹੈ ਬਾਹਰ ਤੇ ਮੈਂ ਕੱਲੀ ਕਬਰਿਸਤਾਨ ਜਾਵਾਂ, ਉਹ ਵੀ ਮਿੱਟੀ ਲੈਣ। ਇਹ ਲੱਗਦਾ ਪਾਗਲ ਹੋ ਗਿਆ ਜੋ ਐਵੇਂ ਦੀਆਂ ਗੱਲਾਂ ਕਰ ਰਿਹਾ ਹੈ। ਉਹਨੇ ਰੌਲਾ ਪਾ ਦਿੱਤਾ ਤੇ ਆਂਢ ਗਵਾਂਢ ਸਾਰੇ ਇਕੱਠੇ ਹੋ ਗਏ ਵੀ ਇਹ ਕੀ ਗੱਲ ਹੋ ਗਈ। ਤਾਂ ਉਹ ਕਹਿੰਦੀ ਇਹ ਪਾਗਲ ਹੋ ਗਿਆ ਹੈ, ਮੈਨੂੰ ਕਹਿੰਦਾ ਕਬਰਿਸਤਾਨ ਚੋਂ ਮਿੱਟੀ ਪੁੱਟ ਕੇ ਲਿਆ। ਤਾਂ ਜਦੋਂ ਸਾਰੇ ਉਹਨੂੰ ਪੁੱਛਦੇ ਨੇ ਕਿ ਕੀ ਹੋਇਆ ਏ ਤੈਨੂੰ, ਤਾਂ ਉਹ ਕਹਿੰਦਾ ਮੈਨੂੰ ਕੁਝ ਨਹੀਂ ਹੋਇਆ, ਮੈਂ ਤਾਂ ਘਰ ਵਿੱਚ ਸ਼ਾਂਤੀ ਬਣਾਉਣੀ ਚਾਹੁੰਦਾ ਸੀ। ਇਹ ਤਾਂ ਇੱਕ ਨੁਕਤਾ ਸੀ ਜਿਹੜਾ ਮੈਨੂੰ ਕਬੀਰ ਜੀ ਨੇ ਦਿੱਤਾ। ਤਾਂ ਉਹ ਸਾਰੇ ਮਿਲ ਕੇ ਕਬੀਰ ਜੀ ਪਾਸ ਚਲੇ ਜਾਂਦੇ ਕਿ ਤੁਸੀਂ ਇਹ ਕੀ ਨੁਕਤਾ ਦੱਸਿਆ ਹੈ ਇਸ ਨੂੰ, ਕਬਰਿਸਤਾਨ ਚੋਂ ਮਿੱਟੀ ਪੁੱਟ ਕੇ ਲਿਆਉਣ ਨਾਲ ਕਿਹੜੀ ਘਰ ਵਿੱਚ ਸ਼ਾਂਤੀ ਆ ਜਾਂਦੀ ਹੈ। ਤਾਂ ਇਹ ਸੁਣ ਕੇ ਕਬੀਰ ਜੀ ਹੱਸ ਪਏ ਤੇ ਬੋਲੇ ਕਿ ਮੈਂ ਇਹਨੂੰ ਕਦੋਂ ਕਿਹਾ ਕਬਰਿਸਤਾਨ ਵਿੱਚੋਂ ਮਿੱਟੀ ਪੁੱਟ ਕੇ ਲਿਆਉਣ ਨਾਲ ਘਰ ਵਿੱਚ ਸ਼ਾਂਤੀ ਆਉਂਦੀ ਹੈ। ਕਬੀਰ ਜੀ ਕਹਿੰਦੇ ਮੈਂ ਇਹਨੂੰ ਜੋ ਵਿਖਾਉਣਾ ਚਾਹੁੰਦਾ ਸੀ ਉਹ ਇਹਨੇ ਵੇਖਿਆ ਹੀ ਨਹੀਂ, ਨਾ ਇਹਨੇ ਜਾਂਦਿਆਂ ਹੋਇਆ ਮੇਰੀ ਗੱਲ ਪੂਰੀ ਸੁਣੀ। ਸਮਝ ਗਿਆ ਕਰਦਾ ਹੋਇਆ ਭੱਜ ਉੱਠਿਆ। ਹੁਣ ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ। ਤਾਂ ਸਾਰਿਆਂ ਨੇ ਪੁੱਛਿਆ ਕਿ ਦੱਸੋ ਤੁਸੀਂ ਅਸਲ ਵਿੱਚ ਦਿਖਾਉਣਾ ਚਾਹੁੰਦੇ ਕੀ ਸੀ। ਤਾਂ ਕਬੀਰ ਜੀ ਨੇ ਨਿਮਰਤਾ ਸਹਿਤ ਕਿਹਾ ਕਿ ਜਿਸ ਪ੍ਰਕਾਰ ਮੈਂ ਆਪਣੀ ਪਤਨੀ ਨੂੰ ਕਹਿੰਦਾ ਰਿਹਾ ਉਹ ਕਰਦੀ ਰਹੀ,
ਉਹਨੇ ਇੱਕ ਵਾਰ ਵੀ ਕਿੰਤੂ ਪਰੰਤੂ ਨਹੀਂ ਕੀਤਾ ਕਿਸੇ ਵੀ ਗੱਲ ਤੇ। ਜਿਵੇਂ ਜਿਵੇਂ ਮੈਂ ਕਿਹਾ ਉਹਨੇ ਉਵੇਂ ਉਵੇਂ ਹੀ ਕਰ ਦਿੱਤਾ। ਨਾ ਉਹਨੇ ਕੋਈ ਗੁੱਸਾ ਕੀਤਾ ਕਿਸੇ ਵੀ ਗੱਲ ਦਾ ਤੇ ਨਾ ਕਿਸੇ ਗੱਲ ਤੋਂ ਮਨਾ ਕੀਤਾ। ਉਹਨੇ ਇਹੀ ਸੋਚਿਆ ਕਿ ਜੇ ਇਹ ਕੁਝ ਕਹਿ ਰਹੇ ਨੇ ਤਾਂ ਠੀਕ ਹੀ ਹੋਵੇਗਾ। ਮਨ ਵਿੱਚ ਕੋਈ ਸ਼ੰਕਾ ਨਹੀਂ ਰੱਖਿਆ। ਸਿਰਫ ਇਹ ਹੀ ਨਹੀਂ, ਇਹ ਮੈਨੂੰ ਵੀ ਕੁਝ ਇਦਾਂ ਦਾ ਕਰਨ ਲਈ ਕਹਿੰਦੀ ਤਾਂ ਮੈਂ ਵੀ ਕਰ ਦੇਣਾ ਸੀ। ਮੇਰੇ ਵੀ ਮਨ ਵਿੱਚ ਇਹਨੂੰ ਲੈ ਕੇ ਕੋਈ ਸ਼ੰਕਾ ਨਹੀਂ ਹੈ। ਇਹ ਨਹੀਂ ਕਿ ਸਿਰਫ ਇਹੀ ਮੇਰਾ ਹੁਕਮ ਮੰਨਦੀ ਹੈ, ਇਹ ਮੈਨੂੰ ਵੀ ਜੋ ਕਹਿੰਦੀ ਹੈ ਮੈਂ ਵੀ ਮੰਨ ਲੈਂਦਾ ਹਾਂ। ਇਹੀ ਅਸਲ ਰਾਜ ਹੈ ਘਰ ਵਿੱਚ ਸ਼ਾਂਤੀ ਦਾ। ਜਦੋਂ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਨਹੀਂ ਤਾਂ ਕੋਈ ਝਗੜਾ ਨਹੀਂ। ਘਰ ਵਿੱਚ ਸ਼ਾਂਤੀ ਆਪੇ ਬਣੀ ਰਹਿੰਦੀ ਹੈ ਤੇ ਜੀਵਨ ਵੀ ਸੁਖਾਲਾ ਗੁਜ਼ਰਦਾ ਹੈ। ਅੱਜ ਜੋ ਘਰਾਂ ਵਿੱਚ ਕਲੇਸ਼ ਹੈ ਉਹਦੀ ਮੁੱਖ ਵਜ੍ਹਾ ਹੰਕਾਰ ਹੈ। ਹਰ ਕੋਈ ਹੰਕਾਰ ਵਿੱਚ ਤੁਰਿਆ ਫਿਰਦਾ ਹੈ। ਪਤੀ ਪਤਨੀ ਵਿੱਚ ਕੋਈ ਗੱਲ ਹੋ ਜਾਂਦੀ ਹੈ, ਜੇ ਪਤੀ ਪਤਨੀ ਵਿੱਚ ਕੋਈ ਗੱਲ ਹੋ ਜਾਂਦੀ ਹੈ ਤਾਂ ਬਜਾਏ ਉਹਨੂੰ ਸੁਲਝਾਉਣ ਦੇ ਹੋਰ ਵਿਗਾੜ ਲੈਂਦੇ ਨੇ। ਜੇ ਇੱਕ ਨੇ ਦੂਜੇ ਨੂੰ ਕੁਝ ਕਹਿ ਦਿੱਤਾ ਤਾਂ ਦੂਜਾ ਵੀ ਅੱਗੋਂ ਹੰਕਾਰ ਵਿੱਚ ਬੋਲਦਾ ਹੈ ਕਿ ਹਾਂ ਮੈਨੂੰ ਇਹਨੇ ਜੇ ਕੋਈ ਗੱਲ ਕਹੀ ਤੇ ਕਹੀ ਕਿਵੇਂ। ਇੱਥੇ ਨਿਮਰਤਾ ਰੱਖਣੀ ਬਹੁਤ ਜ਼ਰੂਰੀ ਹੈ। ਜੇ ਨਿਮਰਤਾ ਹੋਵੇਗੀ ਤਾਂ ਇੱਕ ਦੀ ਕਈ ਗੱਲ ਦੂਜਾ ਨਿਮਰਤਾ ਨਾਲ ਸੁਲਝਾ ਲਵੇਗਾ। ਜੇ ਹੰਕਾਰ ਨੂੰ ਛੱਡ ਕੇ ਨਿਮਰਤਾ ਧਾਰਨ ਕਰ ਲਈ ਤਾਂ ਇੱਕ ਦਿਨ, 2 ਦਿਨ, 3 ਦਿਨ ਥੋੜਾ ਬਹੁਤ ਬੋਲ ਬਲਈਆ ਜ਼ਰੂਰ ਹੋਵੇਗਾ, ਪਰ ਜਦੋਂ ਇੱਕ ਦੇ ਗੁੱਸੇ ਦਾ ਜਵਾਬ ਦੂਜਾ ਨਿਮਰਤਾ ਸਹਿਤ ਬੜੇ ਹੀ ਪਿਆਰ ਨਾਲ ਦੇਵੇਗਾ ਤਾਂ ਹੌਲੀ ਹੌਲੀ ਇਹ ਕਲੇਸ਼ ਵੀ ਖਤਮ ਹੋ ਜਾਵੇਗਾ। ਮਾਫ ਕਰਨਾ ਸਿੱਖੋ। ਜੇ ਕਦੇ ਗੁੱਸੇ ਵਿੱਚ ਕੋਈ ਬੋਲ ਦਿੰਦਾ ਹੈ ਤਾਂ ਉਸ ਗੱਲ ਨੂੰ ਦਿਲ ਵਿੱਚ ਨਹੀਂ ਰੱਖਣਾ। ਇਹੀ ਸੋਚਣਾ ਹੈ ਕਿ ਚਲੋ ਕੋਈ ਗੱਲ ਨਹੀਂ, ਜੇ ਬੋਲ ਦਿੱਤਾ ਤਾਂ ਮੈਂ ਇਹਨੂੰ ਮਾਫ ਕਰ ਦਿੰਦਾ ਹਾਂ ਜਾਂ ਕਰ ਦਿੰਦੀ ਹਾਂ। ਜ਼ੁਬਾਨ ਵਿੱਚ ਮਿਠਾਸ ਰੱਖੋ। ਘਰਾਂ ਵਿੱਚ ਛੋਟੇ ਮੋਟੇ ਰੋਸੇ ਗਿਲੇ ਸ਼ਿਕਵੇ ਚੱਲਦੇ ਰਹਿੰਦੇ ਨੇ, ਉਹ ਜ਼ਰੂਰੀ ਵੀ ਨੇ, ਪਰ ਕਦੇ ਵੀ ਕਿਸੇ ਗੱਲ ਨੂੰ ਇੰਨਾ ਨਹੀਂ ਵਧਾ ਦੇਣਾ ਕਿ ਰਿਸ਼ਤਾ ਟੁੱਟਣ ਤੱਕ ਪਹੁੰਚ ਜਾਵੇ। ਤੇ ਇਹ ਸਭ ਹੋਣਾ ਹੈ ਨਿਮਰਤਾ ਨਾਲ, ਮਾਫ ਕਰਨ ਨਾਲ ਤੇ ਜ਼ੁਬਾਨ ਵਿੱਚ ਮਿਠਾਸ ਲਿਆਉਣ ਨਾਲ। ਇਹ ਗੁਣ ਤੁਹਾਨੂੰ ਅਪਣਾਉਣੇ ਪੈਣਗੇ, ਪਰ ਇਹ ਨਿਮਰਤਾ ਤੇ ਬਾਕੀ ਗੁਣ ਇਹ ਐਵੇਂ ਨਹੀਂ ਆ ਜਾਂਦੇ ਬੰਦੇ ਅੰਦਰ। ਇਹਦੇ ਲਈ ਉਹ ਵਾਹਿਗੁਰੂ ਦੀ ਬੰਦਗੀ ਕਰਨੀ ਪਵੇਗੀ, ਨਾਮ ਜਪਣਾ ਪਵੇਗਾ, ਕਿਉਂਕਿ ਬਾਣੀ ਹੀ ਹੈ ਜੋ ਸਾਡੇ ਮਨ ਅੰਦਰ ਹੰਕਾਰ ਨੂੰ ਖਤਮ ਕਰਕੇ ਮਨ ਵਿੱਚ ਨਿਮਰਤਾ ਪੈਦਾ ਕਰਦੀ ਹੈ। ਬਾਣੀ ਹੀ ਹੈ ਜੋ ਸਾਡੇ ਅੰਦਰ ਮਾਫ ਕਰਨ ਦਾ ਗੁਣ ਪੈਦਾ ਕਰਦੀ ਹੈ। ਉਹ ਬਾਣੀ ਹੀ ਹੈ ਜਿਸ ਕਰਕੇ ਸਾਡੀ ਜ਼ੁਬਾਨ ਤੇ ਮਿਠਾਸ ਆਉਂਦੀ ਹੈ। ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਬਾਣੀ ਦਾ ਜਾਪ ਜ਼ਰੂਰ ਕਰਨਾ ਹੈ ਤੇ ਨਾਲ ਹੀ ਬਾਣੀ ਦੀ ਵਿਆਖਿਆ ਵੀ ਕਰਨੀ ਹੈ। ਵਿਆਖਿਆ ਕੀਤਿਆਂ ਹੀ ਪਤਾ ਲੱਗਦਾ ਹੈ ਕਿ ਬਾਣੀ ਸਾਨੂੰ ਕਿੰਨਾ ਸੋਹਣਾ ਸੁਨੇਹਾ ਦੇ ਰਹੀ ਹੈ। ਬਾਣੀ ਪੜ੍ਹ ਕੇ ਬਾਣੀ ਨੂੰ ਵਿਚਾਰਨ ਵਾਲੇ ਮਨੁੱਖ ਦੇ ਜੀਵਨ ਅੰਦਰ ਸੁੱਖ ਸ਼ਾਂਤੀ ਆ ਜਾਂਦੀ ਹੈ, ਵਿਸ਼ੇ ਵਿਕਾਰਾਂ ਤੋਂ ਦੂਰ ਹੋ ਜਾਂਦਾ ਹੈ, ਘਰ ਵਿੱਚ ਕਲੇਸ਼ ਜੜ ਤੋਂ ਖਤਮ ਹੋ ਜਾਂਦਾ ਹੈ ਤੇ ਘਰ ਖੁਸ਼ੀਆਂ ਖੇੜਿਆਂ ਨਾਲ ਭਰ ਜਾਂਦਾ ਹੈ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸਾਂਝੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।